Hello everyone, welcome to Man Ma'am classes. I am your teacher Pooja Man here. I hope you all are doing good, fit and fine. हंसते खेलते मुस्कुराते तुसी class attend कर रहे होगे. So we are doing ICSE board English reader class 5 book is Vibrant English Reader 5 lesson number 7 Sindbad and the Valley of Diamonds. ਸਿੰਦਬਾਦ ਇੱਕ ਕਰੈਕਟਰ ਹੈ ਮਿਡਲ ਈਸਟ 'ਚ ਚੱਲਣ ਵਾਲੀਆਂ ਲੋਕ ਕਥਾਵਾਂ ਦਾ, ਜਿੱਦਾਂ ਆਪਣੇ 'ਚ ਹੈਗਾ ਨਾ ਦੂਲਾ ਭੱਠੀ ਵਾਲਾ ਜਾਂ ਜੰਗਲ ਬੁੱਕ ਚਲਦੀਆਂ ਨੇ ਹਨਾ, ਇਹ ਜਿਹੜੀਆਂ ਆਪਣੀ ਇੰਡੀਆ ਦੀ ਲੋਕ ਕਥਾਵਾਂ ਨੇ, ਫੇਰੀ ਟੇਲਸ ਹੈ। ਤੇ ਇਹ ਕੀ ਹੈ? ਇਹ ਮਿਡਲ ਈਸਟ ਦੀ ਫੇਰੀ ਟੇਲ ਹੈ ਜਿਹਦਾ ਕਰੈਕਟਰ ਹੈ ਸਿੰਦਬਾਦ। ਇਹ ਇੱਕ ਨਾਵਿਕ ਸੀਗਾ, ਸੇਲਰ ਜਿਹਨੂੰ ਕਹਿੰਦੇ ਆ, ਸਿੰਦਬਾਦ ਦਾ ਸੇਲਰ। ਇਹਦੀਆਂ ਬਹੁਤ ਸਾਰੀਆਂ ਮੂਵੀਜ਼ ਜਾਂ ਕਾਰਟੂਨ ਮੂਵੀਜ਼ ਵੀ ਬਹੁਤ ਸਾਰੀਆਂ ਨੇ, ਤੁਸੀਂ ਦੇਖਿਓ ਜ਼ਰੂਰ ਕੋਈ ਨਾ ਕੋਈ। ਉਹਦੇ 'ਚ ਇਹ ਉਹਦੀ ਸੈਕਿੰਡ ਟਰੈਵਲਿੰਗ ਦੀ स्टोरी है। सो आप स्टोरी पढ़ांगे। सो आप स्टोरी शुरू करते हैं। सिंदबाद एंड द वैली ऑफ डायमंड्स। Sindbad is a character in the Arabian Nights, also called the 1001 Nights, a collection of fairy tales, folk legends and fables set in the Middle East. ਫੇਰੀ ਟੇਲ ਮਤਲਬ ਦੰਦ ਕਥਾਵਾਂ ਇਦਾਂ ਮੰਨਿਆ ਜਾਂਦਾ ਹੈ ਸੱਚ ਨਾ ਹੋਵੇ ਬਟ ਕਹਾਣੀਆਂ ਹੈ। ਫੋਕ ਟੇਲਸ ਲੋਕ ਕਥਾਵਾਂ। ਫੈਬਲਸ ਮਤਲਬ ਇਹੋ ਜਿਹੀਆਂ ਕਹਾਣੀਆਂ ਜਿਹਦੇ ਤੋਂ ਤੁਹਾਨੂੰ ਕੁਝ ਸਿੱਖਿਆ ਮਿਲਦੀ ਹੈ। ਸੋ ਜੋ ਇਹ ਸਿੰਦਬਾਦ ਐਂਡ ਦ ਵੈਲੀ ਆਫ ਡਾਇਮੰਡਸ ਹੈ, ਇਹ ਸਿੰਦਬਾਦ ਦੇ ਨਾਮ ਇੱਕ ਬੁੱਕ ਚਲਦੀ ਹੈ ਅਰੇਬੀਅਨ ਨਾਈਟਸ, ਜਿਹਨੂੰ ਕਿ 1001 ਨਾਈਟਸ ਵੀ ਕਹਿੰਦੇ। ਕਲੈਕਸ਼ਨ ਹੈਗੀ ਹੈ ਲੋਕ ਕਥਾਵਾਂ ਦੀ ਜੋ ਕਿ ਕਿੱਥੇ ਮਿਡਲ ਈਸਟ ਚ। ਹੀ ਇਜ਼ ਅ ਸੇਲਰ ਹੂ ਡਿਸਕ੍ਰਾਈਬ ਹਿਸ ਐਡਵੈਂਚਰਸ ਇਨ 7 ਡਿਫਰੈਂਟ ਵੋਏਜਸ। ਸੇਲਰ ਹੁੰਦਾ ਹੈ ਜੋ ਨਾਵ ਚਲਾਉਂਦਾ ਹੈ, ਨਾਵਿਕ ਜਾਂ ਮਲਾਹ ਜਿਹਨੂੰ ਕਹਿੰਦੇ ਆਪਾਂ। ਮਤਲਬ ਇੱਕ ਮਲਾਹ ਸੀ ਜਿਹਨੇ ਕਿ ਆਪਣੀ ਐਡਵੈਂਚਰਸ ਸਟੋਰੀਜ਼ ਜਿਹੜੀਆਂ, ਵੋਏਜ ਮਤਲਬ ਕਿ ਜੋ ਸਮੁੰਦਰ ਰਾਹੀਂ ਯਾਤਰਾ ਕੀਤੀਆਂ ਹੁੰਦੀਆਂ ਨੇ, ਟਰੈਵਲਿੰਗ ਬਾਏ ਸੀ, ਉਹਨੂੰ ਆਪਾਂ ਵੋਏਜ ਕਹਿੰਦੇ ਆ। ਉਹਨੇ ਆਪਣੀ ਜੋ 7 ਡਿਫਰੈਂਟ ਵੋਏਜ ਕੀਤੀਆਂ ਸੀ, 7 ਡਿਫਰੈਂਟ ਸਮੁੰਦਰੀ ਯਾਤਰਾਵਾਂ ਕੀਤੀਆਂ ਸੀ, ਉਹਦੇ ਚ ਜੋ ਉਹਨੇ ਐਡਵੈਂਚਰ ਕੀਤਾ ਉਹਦੇ ਬਾਰੇ ਉਹ ਕਹਾਣੀਆਂ ਹੈ। ਤੇ ਐਡਵੈਂਚਰ ਮੀਨਸ ਸਾਹਸ। ਦਿਸ ਸਟੋਰੀ ਇਜ਼ ਅਬਾਊਟ ਹਿਸ ਸੈਕੰਡ ਵੋਏਜ। ਇਹ ਕਹਾਣੀ ਉਹਦੀ ਜੋ ਦੂਜੀ ਯਾਤਰਾ ਸੀ ਉਹਦੇ ਬਾਰੇ ਹੈ। ਇਹਦੀ ਨਾ ਜਿਹੜੀ ਪਹਿਲੀ ਯਾਤਰਾ ਸੀ ਇਹਦੇ ਬਾਰੇ ਆਪਾਂ ਨੂੰ 3rd ਕਲਾਸ ਚ ਜਾਂ 4th ਕਲਾਸ ਚ ਨਾ ਇੱਕ ਪੈਰਾਗ੍ਰਾਫ ਆਇਆ ਸੀਗਾ ਕਿ ਜਿੱਦਾਂ ਸਿੰਦਬਾਦ ਤੇ ਉਹਦੇ ਨਾਲ ਦੇ ਜਿਹੜੇ ਮਰਚੈਂਟ ਹੈਗੇ ਉਹ ਇੱਕ ਆਈਲੈਂਡ ਤੇ ਉਤਰਦੇ ਆ ਤੇ ਉਹ ਆਈਲੈਂਡ ਜਿਹੜਾ ਹੈ ਐਕਚੁਅਲ ਚ ਇੱਕ ਵੇਲ ਹੁੰਦੀ ਹੈ, ਉਹ ਸੁੱਤੀ ਹੁੰਦੀ ਹੈ ਤੇ ਉਹਦੇ ਉੱਤੇ ਹੀ ਪੇੜ ਵਗੈਰਾ ਉੱਗੇ ਹੁੰਦੇ, ਘਾਹ ਉੱਗਿਆ ਹੁੰਦਾ ਤੇ ਇਹਨਾਂ ਨੂੰ ਲੱਗਦਾ ਕਿ ਉਹ ਧਰਤੀ ਹੈ ਤੇ ਉਹ ਉੱਥੇ ਉਤਰ ਜਾਂਦੇ ਤੇ ਜਦੋਂ ਹਿੱਲਣ ਲੱਗਦੀ ਤੇ ਸਾਰੇ ਘਬਰਾ ਜਾਂਦੇ। ਇਸ ਤਰ੍ਹਾਂ ਕਰਕੇ ਇੱਕ ਸਟੋਰੀ ਸੀਗੀ, ਉਹ ਵੀ ਬੜੀ ਸਾਹਸ ਦੀ ਸਟੋਰੀ ਸੀਗੀ, ਐਡਵੈਂਚਰਸ ਸਟੋਰੀ ਸੀ। ਉਹ ਫਰਸਟ ਸੀਗੀ, ਇਹ ਸੈਕੰਡ ਹੈ। ਸੋ ਆਪਾਂ ਸੈਕੰਡ ਸਟੋਰੀ ਪੜ੍ਹ ਰਹੇ ਹਾਂ। ਸਿੰਦਬਾਦ ਦ ਸੇਲਰ ਲਿਵਡ ਇਨ ਬਗਦਾਦ। ਸਿੰਦਬਾਦ ਜੋ ਮਲਾਹ ਹੈ ਉਹ ਬਗਦਾਦ ਚ ਰਹਿੰਦਾ ਹੈ। ਬਗਦਾਦ ਕਿਤੇ? ਇਰਾਕ ਚ। ਵਨ ਡੇ ਹੀ ਸ਼ੋਡ ਹਿਸ ਫਰੈਂਡਸ ਸਮ ਬਿਊਟੀਫੁਲ ਡਾਇਮੰਡਸ। ਇੱਕ ਦਿਨ ਉਹਨੇ ਬਹੁਤ ਸੋਹਣੇ ਡਾਇਮੰਡਸ ਆਪਣੇ ਦੋਸਤਾਂ ਨੂੰ ਦਿਖਾਏ। ਡਾਇਮੰਡਸ ਕੀ ਹੁੰਦੇ? ਹੀਰੇ। ਦੇ ਵਾਂਟਡ ਟੂ ਨੋ ਵੇਅਰ ਹੀ ਹੈਡ ਗॉट them from। ਉਹ ਜਾਨਣਾ ਚਾਹੁੰਦੇ ਸੀ ਕਿ ਉਹਨੂੰ ਇਹ ਕਿੱਥੋਂ ਮਿਲੇ, ਉਹ ਕਿੱਥੋਂ ਲਿਖਿਆ ਹੈ ਇਹ। ਸਿੰਦਬਾਦ began his story। ਸਿੰਦਬਾਦ ਨੇ ਆਪਣੀ ਕਹਾਣੀ ਸ਼ੁਰੂ ਕੀਤੀ। some time ago I had set sail with some merchants। ਬਹੁਤ ਸਮਾਂ ਪਹਿਲੇ ਮੈਂ ਕੁਝ ਵਪਾਰੀਆਂ ਨਾਲ ਸੇਲ ਕੀਤਾ, ਮਤਲਬ ਆਪਣੀ ਨਾਵ ਚਲਾਈ। one morning we landed on a small island। ਇੱਕ ਸਵੇਰ ਅਸੀਂ ਇੱਕ ਛੋਟੇ ਜਿਹੇ ਆਈਲੈਂਡ ਤੇ ਉਤਰੇ। there were no people on it। ਉਹਦੇ ਉੱਤੇ ਕੋਈ ਵੀ ਇਨਸਾਨ ਨਹੀਂ ਰਹਿੰਦਾ ਸੀ, ਲੋਕ ਨਹੀਂ ਰਹਿੰਦੇ ਸੀ। the sailors walked around the island। ਜਿਨੇ ਵੀ ਮਲਾਹ ਸੀ, ਮਰਚੈਂਟ ਸੀ, ਉਹ ਕੀ ਪੂਰੇ ਜਿਹੜਾ ਆਈਲੈਂਡ ਦੇ ਇੱਧਰ ਉੱਧਰ ਪੂਰੇ ਰਾਉਂਡ ਤੇ ਵਾਕ ਕਰਨ ਚਲ ਗਏ। I found a nice spot and fell asleep। ਮੈਨੂੰ ਇੱਕ ਵਧੀਆ ਜਗ੍ਹਾ ਮਿਲ ਗਈ ਤੇ ਮੈਂ ਉੱਥੇ ਸੋ ਗਿਆ। when I woke up it was quiet on the island। ਜਦੋਂ ਮੈਂ ਜਾਗਿਆ ਪੂਰੇ ਜੋ ਟਾਪੂ ਸੀਗਾ, ਆਈਲੈਂਡ ਸੀ, ਉੱਤੇ ਸ਼ਾਂਤੀ ਬਣੀ ਹੋਈ ਸੀ। I ran to the ship but it was not there। I had been left behind। ਮੈਂ ਜਿਹੜਾ ਮੇਰਾ ਜਹਾਜ਼ ਸੀ ਉਹਦੇ ਵੱਲ ਭੱਜਿਆ ਪਰ ਉੱਥੇ ਨਹੀਂ ਸੀ, ਮੈਨੂੰ ਉਹ ਸਾਰੇ ਇਕੱਲਾ ਛੱਡ ਕੇ ਚਲੇ ਗਏ ਸੀ। I climbed a tall tree। ਮੈਂ ਉੱਚੇ ਦਰਖਤ ਤੇ ਚੜਿਆ। all around I saw a strange thing। ਆਲੇ ਦੁਆਲੇ ਮੈਨੂੰ ਇੱਕ ਅਜੀਬ ਚੀਜ਼ ਦਿਖੀ। it was a big and dazzling white ball। ਉੱਥੇ ਇੱਕ ਵੱਡੀ ਸਾਰੀ ਚਮਕਦਾਰ ਚਿੱਟੀ ਬਾਲ ਜਾਂ ਗੋਲਾ ਸੀ। I went to see what it was। ਮੈਂ ਉਹਨੂੰ ਦੇਖਣ ਗਿਆ ਕਿ ਇਹ ਕੀ ਸੀ। it looked like a huge ball। ਇਹ ਇੱਕ ਵੱਡੀ ਸਾਰੀ ਬਾਲ ਦੀ ਤਰ੍ਹਾਂ ਲੱਗ ਰਿਹਾ ਸੀ। I touched it। ਮੈਂ ਉਹਨੂੰ ਛੂਇਆ। it was smooth। ਇਹ ਬੜਾ ਹੀ ਸਮਤਲ ਜਿਹਾ ਮੁਲਾਇਮ ਜਿਹਾ ਸੀ। I tried to get inside it but there was no opening। ਮੈਂ ਉਹਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਪਰ ਕਿਤੋਂ ਵੀ ਉਹਦੀ ਓਪਨਿੰਗ ਨਹੀਂ ਸੀ, ਵੀ ਉਹੋ ਜਿਹੀ ਜਗ੍ਹਾ ਨਹੀਂ ਸੀ ਜਿੱਥੋਂ ਮੈਂ ਅੰਦਰ ਜਾ ਸਕਾਂ।
I tried to climb it but it was too slippery. मैं ਉਹਦੇ ਉੱਪਰ ਚੜਨ ਦੀ ਕੋਸ਼ਿਸ਼ ਕੀਤੀ ਪਰ ਉਹ ਬਹੁਤ ਜ਼ਿਆਦਾ slippery ਸੀ. Suddenly the sky became dark. ਅਚਾਨਕ ਹੀ ਜਿਹੜਾ ਆਸਮਾਨ ਹੈ ਉਹ ਕਾਲਾ ਹੋ ਗਿਆ, ਘਨਾ ਹੋ ਗਿਆ, ਅੰਧੇਰਾ ਛਾ ਗਿਆ. I looked up. ਮੈਂ ਉੱਪਰ ਨੂੰ ਦੇਖ ਪਿਆ. A giant bird was flying down to the island. एक बहुत बड़ा पंछी आइलैंड ते नीचे उड़ रहा सी, नीचे उतरन ਲਈ उड़ रहा सी. Some sailors had said that this bird was called a rock. कुछ ਮਲਾਹਾਂ ਨੇ ਮੈਨੂੰ ਦੱਸਿਆ ਸੀ ਕਿ ਪੰਛੀ ਨੂੰ rock ਕਹਿੰਦੇ, ROC rock. It gently settled down on the big white ball. ਉਹ ਆਰਾਮ ਨਾਲ ਉਸ ਵੱਡੀ ਚਿੱਟੀ ਬਾਲ ਦੇ ਉੱਤੇ ਬੈਠ ਗਿਆ. The ball was the rock's egg. ਜੋ ਬਾਲ ਜੋ ਕਿ ਸਿੰਦਬਾਦ ਨੂੰ ਬਾਲ ਲੱਗ ਰਹੀ ਸੀ ਉਹ ਐਕਚੁਅਲ 'ਚ rock ਦਾ ਅੰਡਾ ਸੀ. The rock fell asleep. Rock सो गया. I used the cloth of my turban to tie myself to its leg. मैं अपनी पग ਦੇ ਕੱਪੜੇ ਨੂੰ ਯੂਜ਼ ਕੀਤਾ ਆਪਣੇ ਆਪ ਨੂੰ ਰੌਕ ਦੇ ਪੈਰਾਂ ਨਾਲ ਬੰਨਣ ਲਈ. ਉਹਦੀ ਜਿਹੜੀ ਲੱਤ ਸੀ ਉਹਦੇ ਨਾਲ ਸਿੰਦਬਾਦ ਨੇ ਆਪਣੇ ਆਪ ਨੂੰ ਬੰਨ ਲਿਆ. When the rock flew off in the morning, it would take me along too. ਜਦੋਂ ਰੌਕ ਸਵੇਰੇ ਉੱਡੇਗਾ ਤੇ ਮੈਨੂੰ ਵੀ ਨਾਲ ਲੈ ਕੇ ਜਾਏਗਾ. In the morning, rock flew away. ਸਵੇਰ ਨੂੰ ਰੌਕ ਦੂਰ ਨੂੰ ਉੱਡਿਆ. I held on tightly. ਮੈਂ ਉਹਦੀ ਲੱਤ ਨੂੰ ਚੰਗੀ ਤਰ੍ਹਾਂ ਫੜ ਲਿਆ. Soon we were flying down at great speed. ਜਲਦੀ ਹੀ ਅਸੀਂ ਥੱਲੇ ਨੂੰ ਬੜੀ ਸਪੀਡ ਨਾਲ ਉਤਰ ਰਹੇ ਸੀ. When we hit the ground, I saw a very big snake. ਜਦੋਂ ਅਸੀਂ ਥੱਲੇ ਨੂੰ ਜ਼ਮੀਨ ਨੂੰ ਪਹੁੰਚ ਰਹੇ ਸੀ ਮੈਂ ਦੇਖਿਆ ਇੱਕ ਬਹੁਤ ਵੱਡਾ ਸੱਪ ਹੈ. Quickly I untied myself from the rock's leg. ਮੈਂ ਜਲਦੀ ਆਪਣੇ ਆਪ ਨੂੰ ਰੌਕ ਦੀ ਲੈਗ ਤੋਂ ਅਲੱਗ ਕਰ ਲਿਆ. The rock grabbed the snake and flew away with it. ਰੌਕ ਨੇ ਪੰਜਿਆਂ ਦੇ ਵਿੱਚ ਉਸ ਸੱਪ ਨੂੰ ਫੜਿਆ ਤੇ ਦੂਰ ਉੱਡ ਗਿਆ. I looked around. ਮੈਂ ਆਲੇ ਦੁਆਲੇ ਦੇਖਿਆ. I was in a deep, dark, narrow valley surrounded by high mountains. मैं एक बहुत ही गहरी ਹਨੇਰੇ ਵਾਲੀ ਤੇ ਤੰਗ ਜੀ ਵੈਲੀ ਦੇ ਵਿੱਚ ਸੀ ਜੋ ਕਿ ਵੱਡੇ ਵੱਡੇ ਪਹਾੜਾਂ ਨਾਲ ਘਿਰੀ ਹੋਈ ਸੀ. ਵੈਲੀ ਕੀ ਹੁੰਦੀ ਹੈ ਕਿ ਜਦੋਂ ਇਹ ਬਹੁਤ ਸਾਰੇ ਪਹਾੜ ਹੁੰਦੇ ਆ ਵਿੱਚ ਥੋੜੀ ਜਿਹੀ ਖੱਡ ਹੁੰਦੀ ਹੈ. ਇਹ ਕੀ ਹੁੰਦੀ ਹੈ ਵੈਲੀ. ਇਹ ਕੀ ਹੈ ਮਾਊਂਟੇਨ. ਮਾਊਂਟੇਨ ਦੇ ਵਿੱਚ ਕੀ ਹੈ ਵੈਲੀ ਜਿਹੜਾ ਖੱਡ ਬਣ ਜਾਂਦੀ ਹੈ. ਇਟ ਵਾਸ ਇੰਪੋਸੀਬਲ ਟੂ ਕਲਾਈਮ ਟੂ ਦ ਟੌਪ. ਉੱਪਰ ਨੂੰ ਮਤਲਬ ਇਸ ਵੈਲੀ ਤੋਂ ਇੱਥੇ ਉੱਪਰ ਨੂੰ ਚੜਨਾ ਜਿਹੜਾ ਉਹ ਇੰਪੋਸੀਬਲ ਸੀ. ਚੜਿਆ ਨਹੀਂ ਜਾ ਸਕਦਾ ਸੀ. ਹਾਈਟ ਬਹੁਤ ਜ਼ਿਆਦਾ ਹੋਏਗੀ. I looked for a way out but found none. ਮੈਂ ਇਧਰ ਉਧਰ ਰਸਤਾ ਲੱਭਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕਿਸ ਤਰੀਕੇ ਨਾਲ ਉੱਪਰ ਚਲਾ ਜਾਵਾਂ ਪਰ ਮੈਨੂੰ ਕੁਝ ਨਹੀਂ ਮਿਲਿਆ. I saw something sparkling here and there. ਮੈਂ ਦੇਖਿਆ ਕਿ ਇਧਰ ਉਧਰ ਕਈ ਇਹੋ ਜਿਹੀ ਚੀਜ਼ਾਂ ਪਈਆਂ ਨੇ ਜੋ ਚਮਕ ਰਹੀਆਂ ਨੇ. I looked some closely. ਮੈਂ ਕਈਆਂ ਨੂੰ ਬੜੇ ਧਿਆਨ ਨਾਲ ਨੇੜੇ ਹੋ ਕੇ ਦੇਖਿਆ. They were diamonds. ਉਹ ਹੀਰੇ ਸਨ. Just then I heard a terrible hissing. ਉਸੇ ਵੇਲੇ ਮੈਂ ਇੱਕ ਡਰਾਵਨੀ ਹਿਸਿੰਗ ਸੁਣੀ. ਹਿਸਿੰਗ ਮਤਲਬ ਕਿ ਸੱਪ ਦੀ ਫੁੰਕਾਰ ਦੀ ਆਵਾਜ਼. ਮੈਂ ਉਹਦੀ ਸੱਪ ਦੀ ਫੁੰਕਾਰ ਦੀ ਆਵਾਜ਼ ਸੁਣੀ. Huge snakes were crawling out of a big cave. ਇੱਕ ਵੱਡੀ ਸਾਰੀ ਗੁਫਾ ਦੇ ਵਿੱਚੋਂ ਵੱਡੇ ਵੱਡੇ ਸੱਪ ਜਿਹੜੇ ਆ ਉਹ ਬਾਹਰ ਨੂੰ ਆ ਰਹੇ ਸੀ. It was quite dark now, so I looked for a place to hide. ਹਨੇਰਾ ਹੋ ਰਿਹਾ ਸੀਗਾ ਇਸ ਕਰਕੇ ਮੈਂ ਫਟਾਫਟ ਆਪਣੇ ਛੁਪਣ ਵਾਸਤੇ ਜਗ੍ਹਾ ਲੱਭੀ. I found a small cave and crawled inside. ਮੈਂ ਇੱਕ ਛੋਟੀ ਜਿਹੀ ਗੁਫਾ ਲੱਭੀ ਤੇ ਫਟਾਫਟ ਉਹਦੇ ਵਿੱਚ ਵੜ ਗਿਆ. I put a big rock at the mouth of the cave to keep snakes out. ਮੈਂ ਕੀ ਕੀਤਾ ਕਿ ਫਟਾਫਟ ਇੱਕ ਜਿਹੜਾ ਵੱਡਾ ਪੱਥਰ ਜੋ ਕਿ ਚੱਟਾਨ ਸੀ ਉਹਨੂੰ ਉਸ ਗੁਫਾ ਦੇ ਮੂੰਹ ਤੇ ਲਗਾ ਦਿੱਤਾ ਤਾਂ ਕਿ ਜਿਹੜੇ ਸੱਪ ਉਹ ਬਾਹਰ ਰਹਿ ਜਾਣ. ਕਿ ਸੱਪਾਂ ਨੂੰ ਰੋਕਣ ਵਾਸਤੇ ਮੈਂ ਗੁਫਾ ਦੇ ਮੂੰਹ ਤੇ ਪੱਥਰ ਲਗਾ ਦਿੱਤਾ. When I woke up in the morning, the valley was quiet. ਜਦੋਂ ਮੈਂ ਸਵੇਰੇ ਉੱਠਿਆ ਤਾਂ ਜੋ ਘਾਟੀ ਸੀ ਉਹ ਬੜੀ ਸ਼ਾਂਤ ਸੀ. The snakes had crawled back into their hiding places. ਜੋ ਸੱਪ ਸੀਗੇ ਉਹ ਵਾਪਸ ਆਪਣੀ ਛੁਪਣ ਵਾਲੀ ਜਗ੍ਹਾ ਤੇ ਚਲੇ ਗਏ ਸੀ. I came out of my cave. ਮੈਂ ਆਪਣੀ ਕੇਵ ਤੋਂ ਬਾਹਰ ਆਇਆ. ਜੋ ਦੀ ਗੁਫਾ ਸੀ ਜਿੱਚੋਂ ਲੇਟਿਆ ਹੋਇਆ ਸੀ ਉਹ ਚੋਂ ਬਾਹਰ ਆਇਆ. Under my feet lay the sparkling diamonds. ਮੇਰੇ ਪੈਰਾਂ ਦੇ ਥੱਲੇ ਚਮਕਦੇ ਹੋਏ ਹੀਰੇ ਸਨ. Then a strange thing happened. ਤਦੇ ਇੱਕ ਅਜੀਬ ਚੀਜ਼ ਹੋਈ. I saw pieces of raw meat falling and hitting the ground hard. ਮੈਂ ਦੇਖਿਆ ਕਿ ਕੱਚੇ ਮਾਸ ਦੇ raw means ਕੱਚੇ ਮਾਸ ਦੇ ਟੁਕੜੇ ਜਿਹੜੇ ਆ ਉੱਪਰੋਂ ਥੱਲੇ ਆ ਰਹੇ ਸੀ ਤੇ ਜ਼ਮੀਨ ਤੇ ਵੱਜ ਰਹੇ ਸੀ ਬੜੀ ਜ਼ੋਰ ਦੀ. Someone was throwing them from high up in the mountains. ਕੋਈ ਉਹਨਾਂ ਨੂੰ ਉੱਚੇ ਪਹਾੜਾਂ ਤੋਂ ਥੱਲੇ ਸੁੱਟ ਰਿਹਾ ਸੀ. The diamond stuck to the meat. ਜੋ ਹੀਰੇ ਸੀ ਉਹ ਮੀਟ ਨਾਲ ਚਿਪਕ ਰਹੇ ਸੀ. Then I remembered. ਤਦੇ ਮੈਨੂੰ ਯਾਦ ਆਇਆ.
I had heard about the Valley of Diamonds. मैं Valley of Diamonds ਬਾਰੇ ਸੁਣਿਆ ਸੀ, ਜੋ ਹੀਰਿਆਂ ਦੀ ਘਾਟੀ ਉਹਦੇ ਬਾਰੇ ਸੁਣਿਆ ਸੀ। Great eagles had their nest in the mountain high above the valley. ਜੋ ਵੱਡੀਆਂ ਇੱਲਾਂ ਹੁੰਦੀਆਂ ਨੇ, ਉਹਨਾਂ ਦੇ ਜਿਹੜੇ ਘੋਂਸਲੇ ਉਹ ਉੱਚੇ ਪਹਾੜਾਂ ਦੇ ਉੱਤੇ ਹੁੰਦੇ ਆ, ਵੈਲੀ ਦੇ ਉੱਪਰ। Every year when young eagles hatched, merchants came to these mountains with big pieces of meat. ਜਦੋਂ ਹਰ ਸਾਲ young eagles ਮਤਲਬ ਅੰਡੇ ਚੋਂ ਜਦੋਂ ਬੱਚੇ ਨਿਕਲਦੇ ਆ, ਹੈਚ ਕਰਦੇ ਆ, ਜਦੋਂ ਅੰਡੇ ਟੁੱਟਦੇ ਆ, ਛੋਟੀ ਛੋਟੀ ਈਗਲਸ ਨਿਕਲਦੀਆਂ ਨੇ, ਤਾਂ ਉਦੋਂ ਜਿਹੜੇ ਵਪਾਰੀ ਉਹ ਮਾਸ ਦੇ ਟੁਕੜਿਆਂ ਨਾਲ ਇੱਥੇ ਆਉਂਦੇ ਆ ਪਹਾੜਾਂ ਤੇ। they throw down into the valley. ਉਹ ਜੋ ਮਾਸ ਦੇ ਟੁਕੜੇ ਉਹ ਵੈਲੀ ਵਿੱਚ ਸੁੱਟ ਦਿੰਦੇ ਆ। the diamonds stick to the meat. ਜੋ ਡਾਇਮੰਡ ਹੈ ਉਹ ਮੀਟ ਨਾਲ ਚਿਪਕ ਜਾਂਦੇ ਆ। the eagles fly down and carry the meat up to their nest to feed their young one. ਜੋ ਈਗਲਸ ਹੈ ਉਹ ਉੱਡ ਕੇ ਨੀਚੇ ਆਉਂਦੀਆਂ ਨੇ, ਉਸ ਮੀਟ ਦੇ ਪੀਸ ਨੂੰ ਚੁੱਕਦੀਆਂ ਨੇ ਤੇ ਆਪਣੇ ਬੱਚਿਆਂ ਨੂੰ ਖਵਾਉਣ ਵਾਸਤੇ ਆਪਣੇ ਘੋਂਸਲਿਆਂ ਵਿੱਚ ਲੈ ਜਾਂਦੀਆਂ ਨੇ। then the merchants scare the eagles away and take the diamonds from the nest. ਜੋ ਵਪਾਰੀ ਹੈਗੇ ਉਹ ਆਂਦੇ ਆ ਤੇ ਈਗਲ ਨੂੰ ਡਰਾ ਕੇ ਭਜਾ ਦਿੰਦੇ ਆ ਤੇ ਉਹ ਜਿਹੜੇ ਘੋਂਸਲਿਆਂ ਦੇ ਵਿੱਚੋਂ ਹੀਰੇ ਚੁੱਕ ਲੈਂਦੇ ਆ। I stuffed my bag with some very fine diamonds. ਮੈਂ ਆਪਣਾ ਬੈਗ ਭਰ ਲਿਆ ਕੁਝ ਬਹੁਤ ਹੀ ਅੱਛੇ ਹੀਰਿਆਂ ਨਾਲ। Once again I used my turban to tie a huge piece of meat to my bag. ਤੇ ਮੈਂ ਕੀ ਕੀਤਾ, ਮੈਂ ਆਪਣੀ ਟਰਬਨ ਨਾਲ ਵੱਡਾ ਸਾਰਾ ਪੀਸ ਆਪਣੀ ਬੈਗ ਆਪਣੀ ਪਿੱਠ ਨਾਲ ਬੰਨ ਲਿਆ। I lay face down on the stony ground and waited. ਮੈਂ ਮੂੰਹ ਥੱਲੇ ਕਰਕੇ ਉਸ ਪਥਰੀਲੀ ਜਗ੍ਹਾ ਤੇ ਲੇਟ ਗਿਆ ਤੇ ਇੰਤਜ਼ਾਰ ਕੀਤਾ। ਕਿਹਦਾ ਇੰਤਜ਼ਾਰ ਕਰ ਰਿਹਾ ਸੀ ਉਹ? ਈਗਲਸ ਦਾ। I heard the eagles coming. ਮੈਂ ਸੁਣਿਆ ਕਿ ਇੱਲਾਂ ਆ ਰਹੀਆਂ ਨੇ। An eagle picked up the meat that was tied to my back. ਇੱਕ ਈਗਲ ਨੇ ਉਹ ਮੀਟ ਦਾ ਪੀਸ ਚੱਕਿਆ ਜੋ ਮੇਰੀ ਪਿੱਠ ਨਾਲ ਬੰਨਿਆ ਹੋਇਆ ਸੀ। It carried me up and dropped me into a nest. ਉਹਨੇ ਮੈਨੂੰ ਚੁੱਕਿਆ ਤੇ ਆਪਣੇ ਘੋਂਸਲੇ ਦੇ ਵਿੱਚ ਸੁੱਟ ਦਿੱਤਾ। I heard shouting and banging. ਮੈਂ ਚੀਕਾਂ ਤੇ ਧਮਾਕਿਆਂ ਦੀ ਆਵਾਜ਼ ਸੁਣੀ। The merchants were scaring the eagles away. ਜੋ ਵਪਾਰੀ ਸੀ ਉਹ ਇੱਲਾਂ ਨੂੰ ਭਜਾ ਰਹੇ ਸੀ, ਡਰਾ ਰਹੇ ਸੀ ਤੇ ਭਜਾ ਰਹੇ ਸੀ। I climbed out of the nest. ਮੈਂ ਉਸ ਨੈਸਟ ਦੇ ਵਿੱਚੋਂ ਬਾਹਰ ਆਇਆ ਉੱਪਰ ਚੜ ਕੇ। The merchants saw me and took me to their ship. ਉਹਨਾਂ ਵਪਾਰੀਆਂ ਨੇ ਮੈਨੂੰ ਦੇਖਿਆ ਤੇ ਆਪਣੇ ਜਹਾਜ਼ ਵਿੱਚ ਮੈਨੂੰ ਲੈ ਗਏ। I returned to Baghdad again. ਮੈਂ ਦੁਬਾਰਾ ਬਗਦਾਦ ਮਤਲਬ ਉਹ ਆਪਣੇ ਘਰ ਵਾਪਸ ਆ ਗਿਆ ਕਿ ਮੈਂ ਵਾਪਸ ਬਗਦਾਦ ਆ ਗਿਆ। My diamonds were a wonderful treasure. ਜੋ ਮੇਰੇ ਹੀਰੇ ਸੀ ਉਹ ਬਹੁਤ ਹੀ ਮਜ਼ੇਦਾਰ ਖਜ਼ਾਨਾ ਸੀ ਮੇਰੇ ਕੋਲ। I was able to live comfortably and also help the poor. ਮੈਂ ਆਰਾਮਦਾਇਕ ਜ਼ਿੰਦਗੀ ਜੀਣ ਦੇ ਯੋਗ ਸੀ ਤੇ ਗਰੀਬਾਂ ਦੀ ਮਦਦ ਵੀ ਕਰ ਸਕਦਾ ਸੀ। But my friends, ਪਰ ਮੇਰੇ ਦੋਸਤੋ, you know me well, ਪਰ ਤੁਸੀਂ ਮੈਨੂੰ ਬਹੁਤ ਅੱਛੇ ਤਰੀਕੇ ਨਾਲ ਜਾਣਦੇ ਹੋ। I cannot stay home for long. ਮੈਂ ਘਰ ਜ਼ਿਆਦਾ ਦੇਰ ਨਹੀਂ ਰਹਿ ਸਕਦਾ। Soon I will again sail to far away lands. ਮੈਂ ਦੁਬਾਰਾ ਤੋਂ ਦੂਰ ਦੀਆਂ ਧਰਤੀਆਂ ਵਾਸਤੇ ਦੁਬਾਰਾ ਯਾਤਰਾ ਕਰਾਂਗਾ ਕਿ ਦੁਬਾਰਾ ਸਮੁੰਦਰ ਦੇ ਵਿੱਚ ਆਪਣੀ ਨਾਵ ਚਲਾਵਾਂਗਾ। ਮੈਂ ਜਲਦੀ ਹੀ ਦੁਬਾਰਾ ਦੂਰ ਦਰਾਡੇ ਦੇਸ਼ ਜਾਵਾਂਗੇ। ਇੱਥੇ ਆਪਣੀ ਸਟੋਰੀ ਖਤਮ ਹੋ ਗਈ ਹੈ। ਹੁਣ ਦੇਖੋ ਜਿਹੜੀ ਸਟੋਰੀ ਹੈ ਇਹਦੇ 'ਚ ਤੁਸੀਂ ਦੇਖੋਗੇ ਸਿੰਦਬਾਦ ਦਾ ਕਰੈਕਟਰ ਕੀ ਹੈ, ਬਹੁਤ ਹੀ ਐਡਵੈਂਚਰਸ, ਸਾਹਸੀ ਹੈ, ਹਿੰਮਤੀ ਹੈ ਤੇ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਹੈ। ਉਹ ਕਦੀ ਵੀ ਮੁਸੀਬਤ 'ਚ ਘਬਰਾਉਂਦਾ ਨਹੀਂ ਹੈ, ਉਹ ਉੱਥੋਂ ਨਿਕਲਣ ਦਾ ਰਾਹ ਲੱਭਦਾ ਹੈ, ਮਤਲਬ ਉਹ ਹਮੇਸ਼ਾ ਹੀ ਪੋਜ਼ਿਟਿਵ ਰਹਿੰਦਾ ਹੈ। ਨੈਕਸਟ ਆਗੇ ਵਰਡਸ ਫਰਮ ਦ ਲੈਸਨ। ਸੋ ਵਰਡ ਫਰਮ ਦ ਲੈਸਨ ਸਭ ਤੋਂ ਪਹਿਲੇ ਹੈ ਮਰਚੈਂਟ। ਮਰਚੈਂਟ ਕੀ ਹੁੰਦੇ? ਵਪਾਰੀ। People who buy and sells goods in large quantity, especially those who import and export goods. ਜੋ ਉਹ ਲੋਕ ਹੁੰਦੇ ਆ ਵਪਾਰੀ ਜੋ ਚੀਜ਼ਾਂ ਖਰੀਦਦੇ ਆ ਤੇ ਵੇਚਦੇ ਆ। ਚੀਜ਼ਾਂ ਵੀ ਕਿਤਾ ਲਾਰਜ ਕੁਆਂਟੀਟੀ ਚ। ਇੰਪੋਰਟ ਕੀ ਹੁੰਦਾ ਕਿ ਤੁਸੀਂ ਕਿਸੇ ਦੂਸਰੇ ਦੇਸ਼ ਤੋਂ ਚੀਜ਼ ਖਰੀਦ ਰਹੇ ਹੋ ਔਰ ਐਕਸਪੋਰਟ ਹੁੰਦਾ ਹੈ ਤੁਸੀਂ ਆਪਣੇ ਦੇਸ਼ ਤੋਂ ਕਿਸੇ ਦੂਸਰੇ ਦੇਸ਼ ਨੂੰ ਚੀਜ਼ਾਂ ਵੇਚਦੇ। ਨੈਕਸਟ ਹੈ ਸਪੋਰਟ, ਅ ਪਾਰਟਿਕੂਲਰ ਏਰੀਆ ਔਰ ਪਲੇਸ, ਥਾਂ ਜਾਂ ਜਗ੍ਹਾ। ਨੈਕਸਟ ਹੈ ਡੈਜ਼ਲਿੰਗ, ਵੈਰੀ ਬ੍ਰਾਈਟ, ਚਮਕਦਾਰ ਜਾਂ ਬਹੁਤ ਤੇਜ਼ ਚਮਕਣ ਵਾਲਾ। ਨੈਕਸਟ ਟਰਬਨ, ਪੱਗ। ਤੁਹਾਡੇ ਪਾਪਾ ਜਾਂ ਬ੍ਰਦਰ ਜਾਂ ਦਾਦਾ ਜੀ ਕੋਈ ਵੀ ਦੇਖੋ ਸਿਰ ਤੇ ਕੱਪੜਾ ਪਾਉਂਦੇ ਆ ਨਾ, ਜਿਹਨੂੰ ਆਪਾਂ ਪੱਗ ਕਹਿੰਦੇ ਆ। ਅ ਲੌਂਗ ਪੀਸ ਆਫ ਕਲੋਥ ਵੂਨ ਟਾਈਟਲੀ ਅਰਾਊਂਡ ਦ ਹੈਡ, ਜੋ ਸਿਰ ਦੇ ਆਲੇ ਦੁਆਲੇ ਕੱਸ ਕੇ ਬੰਨਿਆ ਹੁੰਦਾ ਹੈ ਕੱਪੜਾ, ਉਹਨੂੰ ਟਰਬਨ ਕਹਿੰਦੇ ਆ। ਨੈਕਸਟ ਇੰਪੋਸੀਬਲ, ਦੈਟ ਇਜ਼ ਨਾਟ ਪੋਸੀਬਲ, ਦੈਟ ਵਿਚ ਵਿਲ ਨਾਟ ਹੈਪਨ, ਮਤਲਬ ਕਿ ਜੋ ਸੰਭਵ
ਨਾ ਹੋਵੇ ਉਹਨੂੰ ਅਸੰਭਵ ਕਹਿੰਦੇ ਆ। ਨੈਕਸਟ ਹੈ sparkling, shining and flashing with light, ਚਮਕਦਾ ਹੋਇਆ ਜੋ ਰੋਸ਼ਨੀ ਨਾਲ ਚਮਕ ਰਿਹਾ ਹੋਵੇ। Valley, a low area of land between hills or mountains, ਪਹਾੜਾਂ ਜਾਂ ਟਿੱਬਿਆਂ ਦੇ ਵਿੱਚ ਬਣੀ ਹੋਈ ਘਾਟੀ। Hatch, come out of an egg, ਅੰਡੇ ਵਿੱਚੋਂ ਨਿਕਲਣਾ, ਜਦੋਂ ਬੱਚਾ ਅੰਡੇ ਨੂੰ ਤੋੜ ਕੇ ਬਾਹਰ ਆਉਂਦਾ ਉਸ ਨੂੰ ਕਹਿੰਦੇ ਹੈਚ ਕਰਨਾ, ਹੈਚਿੰਗ। ਨੈਕਸਟ ਆਪਣੇ ਕੋਲ ਹੈ ਰਨਿੰਗ ਕੰਪਰੀਹੈਂਸ਼ਨ। ਰਨਿੰਗ ਕੰਪਰੀਹੈਂਸ਼ਨ ਆਪਣੇ ਕੋਲ 16 ਹੈਗੇ ਆ। ਫਰਸਟ ਹੈ where did ਸਿੰਦਬਾਦ the sailor live, ਸਿੰਦਬਾਦ the sailor ਜੋ ਮਲਾਹ ਸਿੰਦਬਾਦ ਸੀ ਉਹ ਕਿੱਥੇ ਰਹਿੰਦਾ ਸੀ, ਉਹ ਕਿੱਥੇ ਰਹਿੰਦਾ ਸੀ ਆਪਾਂ ਪੜਿਆ ਸੀਗਾ ਸਭ ਤੋਂ ਪਹਿਲੇ ਜਾਂ ਦੂਸਰੇ ਪੈਰੇ 'ਚ ਵੀ ਸੀਗਾ ਤੇ ਸਭ ਤੋਂ ਅਖੀਰ 'ਚ ਜਿਹੜਾ ਸੈਕੰਡ ਪੈਰਾ ਸੀ ਕਿ ਉਹ ਵਾਪਸ ਬਗਦਾਦ ਆ ਗਿਆ ਸੀ, ਹੈ ਨਾ। ਸੋ ਸਿੰਦਬਾਦ the sailor lived in ਬਗਦਾਦ। ਨੈਕਸਟ ਕੁਐਸਚਨ ਹੈ what did he show his friends, ਉਹਨੇ ਆਪਣੇ ਦੋਸਤਾਂ ਨੂੰ ਕੀ ਦਿਖਾਇਆ, ਉਹਨੇ ਆਪਣੇ ਦੋਸਤਾਂ ਨੂੰ ਕੀ ਦਿਖਾਇਆ ਸੀਗਾ, diamonds। He showed his friends some beautiful diamonds. Third question है with whom did he set sail, ਉਹ ਕਿਹਦੇ ਨਾਲ ਸੇਲਿੰਗ ਕਰਦਾ ਸੀ, ਮਤਲਬ ਕਿਹਦੇ ਨਾਲ ਉਹ ਸਮੁੰਦਰ ਦੀ ਯਾਤਰਾ ਤੇ ਨਿਕਲਦਾ ਸੀ, ਉਹ merchants ਦੇ ਨਾਲ। He set sail with some merchants, ਉਹ ਕੁਝ ਵਪਾਰੀਆਂ ਦੇ ਨਾਲ ਸਮੁੰਦਰੀ ਯਾਤਰਾ ਤੇ ਨਿਕਲਿਆ ਸੀ। ਫੋਰਥ ਕੁਐਸਚਨ ਹੈ what was the strange thing that he saw on the island, ਉਹਨੇ ਕਿਹੜੀ ਅਜੀਬ ਚੀਜ਼ ਆਈਲੈਂਡ ਤੇ ਦੇਖੀ ਸੀ, ਉਹਨੇ ਆਈਲੈਂਡ ਤੇ ਕੀ ਦੇਖਿਆ ਸੀਗਾ, ਇੱਕ ਆਂਡੇ ਵਰਗੀ, ਮਤਲਬ ਉਹਨੂੰ ਤਾਂ ਨਹੀਂ ਪਤਾ ਸੀਗਾ ਪਹਿਲੇ, ਉਹਨੂੰ ਤਾਂ ਪਹਿਲੇ ਇਹ ਲੱਗਿਆ ਸੀਗਾ ਕਿ ਇਹ ਤੇ ਇੱਕ ਬਹੁਤ ਹੀ ਵੱਡੀ ਚਮਕਦਾਰ ਚਿੱਟੀ ਬਾਲ ਹੈ। ਸੋ ਇਹ ਕੀ ਹੈ, he saw big dazzling white ball. Why did the sky become dark, ਆਕਾਸ਼ ਵਿੱਚ ਹਨੇਰਾ ਕਿਉਂ ਹੋ ਗਿਆ ਸੀਗਾ। The sky became dark because a giant bird was flying down to the island, ਇੱਕ ਵੱਡਾ ਸਾਰਾ ਪੰਛੀ ਜਿਹੜਾ ਉਹ ਟਾਪੂ ਵੱਲ ਉੱਡ ਕੇ ਆ ਰਿਹਾ ਸੀ, ਟਾਪੂ ਆਈਲੈਂਡ। 6th, what was this bird called, ਇਹ ਜੋ ਪੰਛੀ ਜੋ ਟਾਪੂ ਵੱਲ ਆ ਰਿਹਾ ਸੀ ਇਹਨੂੰ ਕੀ ਕਹਿੰਦੇ ਸੀ, ਇਹਨੂੰ ਕਹਿੰਦੇ ਸੀ rock। The bird was called a rock। Next question ਹੈ what did ਸਿੰਦਬਾਦ do when the rock fell asleep, ਸਿੰਦਬਾਦ ਨੇ ਕੀ ਕੀਤਾ ਜਦੋਂ ਰੌਕ ਸੋ ਗਿਆ, ਉਹਨੇ ਕੀ ਕੀਤਾ ਸੀ, ਆਪਣੀ ਟਰਬਨ ਦੇ ਕੱਪੜੇ ਨਾਲ ਆਪਣੇ ਆਪ ਨੂੰ ਰੌਕ ਦੀ ਲੱਤ ਨਾਲ ਬੰਨ ਲਿਆ ਸੀ। He tied himself to the rock's leg with his turban cloth। Next question ਹੈ what did he see when he hit the ground, ਜਦੋਂ ਉਹ ਜ਼ਮੀਨ ਤੇ ਪਹੁੰਚੇ ਉਹਨੇ ਕੀ ਦੇਖਿਆ ਸੀ, ਉਹਨੇ ਦੇਖਿਆ ਸੀ ਬਹੁਤ ਵੱਡਾ ਸੱਪ। He saw a very big snake। Next, where had he landed, ਉਹ ਕਿੱਥੇ ਉਤਰਿਆ ਸੀ, ਉਹ ਉਤਰਿਆ ਕਿੱਥੇ ਸੀ, ਇੱਕ ਡੂੰਗੀ ਹਨੇਰੀ ਤੇ ਤੰਗ ਜੀ ਘਾਟੀ ਦੇ ਵਿੱਚ। He had landed in a deep, dark and narrow valley surrounded by high mountains। 10th question ਹੈ why did he took for a place to hide, ਉਹਨੇ ਆਪਣੀ ਛੁਪਣ ਦੀ ਜਗ੍ਹਾ ਕਿਉਂ ਲੱਭੀ। He looked for a place to hide because huge snakes were coming out of a cave, ਉਹਨੇ ਦੇਖਿਆ ਕਿ ਕੇਵ ਦੇ ਵਿੱਚੋਂ ਵੱਡੇ ਵੱਡੇ ਸੱਪ ਆ ਰਹੇ, ਇਸ ਲਈ ਫਟਾਫਟ ਉਹਨੇ ਆਪਣੀ ਛੁਪਣ ਦੀ ਜਗ੍ਹਾ ਲੱਭੀ। How did he keep the snake out, ਉਹਨੇ ਸੱਪਾਂ ਨੂੰ ਦੂਰ ਕਿਵੇਂ ਰੱਖਿਆ, ਕਿਵੇਂ ਦੂਰ ਰੱਖਿਆ, ਉਹਨੇ ਜਿਸ ਗੁਫਾ 'ਚ ਸ਼ਰਨ ਲਈ ਸੀਗੀ, ਜਿਸ ਕੇਵ 'ਚ ਉਹਨੇ ਰਾਤ ਕੱਟੀ ਸੀ, ਉਹਦੇ ਮੂੰਹ ਦੇ ਅੱਗੇ ਉਹਨੇ ਕੀਤਾ ਵੱਡਾ ਸਾਰਾ ਪੱਥਰ, ਰੌਕ ਜਾਂ ਸਟੋਨ ਕਹਿ ਲੋ, ਲਗਾ ਲਿਆ ਸੀ, ਹੈ ਨਾ। He placed a big stone at the mouth of the cave। Next question ਹੈ 12th, why was the valley quiet in the morning, ਸਵੇਰੇ ਜੋ ਵੈਲੀ ਸੀ ਉਹ ਸ਼ਾਂਤ ਕਿਉਂ ਸੀ, ਕਿਉਂ ਸੀ, ਕਿਉਂਕਿ ਸਾਰੇ ਸੱਪ ਆਪਣੀ ਆਪਣੀ ਲੁਕਣ ਵਾਲੀ ਜਗ੍ਹਾ ਤੇ ਚਲੇ ਗਏ ਸੀ। The valley was quiet because the snakes had gone back to their hiding places। 13 question ਹੈ what was being thrown from high up in the mountains, ਪਹਾੜਾਂ ਦੀ ਉਚਾਈ ਤੋਂ ਕੀ ਸੁੱਟਿਆ ਜਾ ਰਿਹਾ ਸੀ, ਕੱਚੇ ਮਾਸ ਦੇ ਟੁਕੜੇ। ਸੋ ਆਪਾਂ ਕੀ ਲਿਖਾਂਗੇ, pieces of raw meat were being thrown from the mountains। 14th question ਕੀ ਸੀ, what was this place called, ਜਿਸ ਜਗ੍ਹਾ ਤੇ ਉਹ ਲੈਂਡ ਕੀਤਾ ਸੀ, ਜਿਸ ਜਗ੍ਹਾ ਤੇ ਉਹਨੇ ਰਾਤ ਕੱਟੀ ਸੀ, ਜਿਸ ਜਗ੍ਹਾ ਤੇ ਉਹ ਮਾਸ ਦੇ ਟੁਕੜੇ ਆ ਰਹੇ ਸੀ, ਉਸ ਜਗ੍ਹਾ ਨੂੰ ਕੀ ਕਿਹਾ ਜਾਂਦਾ ਸੀ, ਉਸ ਜਗ੍ਹਾ ਨੂੰ ਕਿਹਾ ਜਾਂਦਾ ਸੀ Valley of Diamonds। This place was called the Valley of Diamonds। 15th question ਹੈ how did the merchants scare the eagles away, ਜੋ ਵਪਾਰੀ ਸੀ ਉਹ ਚੀਲਾਂ ਨੂੰ ਜਿੰਦਾ ਕਿੱਦਾਂ ਭਜਾਉਂਦੇ ਸੀਗੇ, ਉਹ ਚੀਕਾਂ ਮਾਰ ਕੇ ਤੇ ਬੈਂਗਿੰਗ ਕਰਕੇ, ਹੈ ਨਾ। The merchants scared the eagles away by shouting and banging loudly। 16th question ਹੈ what did ਸਿੰਦਬਾਦ do with his treasure, ਜਿਹੜਾ ਉਹਨੇ ਬੈਗ ਭਰਿਆ ਸੀ ਡਾਇਮੰਡਸ ਨਾਲ, ਫਾਈਨ ਡਾਇਮੰਡਸ ਨਾਲ, ਮਤਲਬ ਜੋ ਉਹਦਾ ਖਜ਼ਾਨਾ ਸੀ ਉਹਦੇ ਨਾਲ ਉਹਨੇ ਕੀ ਕੀਤਾ, ਕੀ ਕੀਤਾ ਸੀ, ਇੱਕ ਤਾਂ ਉਹਨੇ ਆਪਣੀ ਜ਼ਿੰਦਗੀ ਆਰਾਮਦਾਇਕ ਬਿਤਾਈ
ਤੇ ਨਾਲ ਹੀ ਉਹਨੇ ਗਰੀਬਾਂ ਦੀ ਮਦਦ ਵੀ ਕੀਤੀ ਸੀ। ਸੋ ਹੀ ਲਿਵਡ ਕੰਫਰਟੇਬਲੀ ਐਂਡ ਹੈਲਪ ਦ ਪੂਅਰ ਵਿਦ ਹਿਸ ਟ੍ਰੈਜ਼ਰ। ਇਸ ਦੇ ਨਾਲ ਹੀ ਆ ਗਈ ਆਪਣੀ ਬੈਕ ਐਕਸਰਸਾਈਜ਼ ਆਫ ਦਿਸ ਚੈਪਟਰ, ਜੋ ਆਪਾਂ ਕਰਾਂਗੇ ਨੈਕਸਟ ਕਲਾਸ। ਫਿਰ ਆਪਾਂ ਮਿਲਦੇ ਹਾਂ ਨੈਕਸਟ ਕਲਾਸ ਚ। ਟਿਲ ਦੈਨ ਥੈਂਕ ਯੂ ਫॉर ਵਾਚਿੰਗ, ਲਾਈਕ ਐਂਡ ਸਬਸਕ੍ਰਾਈਬ। ਬਾਏ ਬਾਏ।